हाँ जी स्टूडेंट्स, नमस्कार, गुड ਈਵਨਿੰਗ। ਕਲਾਸ 9th ਐਨਸੀਈਆਰਟੀ ਸਾਇੰਸ ਦਾ ਆਪਾਂ ਚੈਪਟਰ ਕਰੀ ਜਾਂਦੇ ਸੀ ਐਟਮਸ ਐਂਡ ਮੋਲੀਕਿਊਲਸ। ਅੱਜ ਆਪਾਂ ਜਿਹੜਾ ਟੌਪਿਕ ਡਿਸਕਸ ਕਰਨਾ ਹੈ ਉਹਦਾ ਨਾਮ ਹੈ ਐਟੋਮਿਕ ਮਾਸ। ਐਟੋਮਿਕ ਮਾਸ ਨੂੰ ਡਿਸਕਸ ਕਰਨ ਤੋਂ ਪਹਿਲਾਂ ਤੁਹਾਨੂੰ ਮੈਂ ਇੱਕ ਕਹਾਣੀ ਕਹਿ ਲਓ ਸੁਣਾਉਣੀ ਚਾਹਾਂਗਾ ਵੀ ਇਹ ਕਨਸੈਪਟ ਆਇਆ ਕਿੱਥੋਂ, ਕਿਉਂ ਆਇਆ ਤੇ ਕਿਵੇਂ ਆਇਆ। ਠੀਕ ਹੈ, ਸਭ ਤੋਂ ਪਹਿਲਾਂ ਐਂਡ ਆਫ ਦਾ ਸਟੋਰੀ ਤੋਂ ਗੱਲ ਕਰਾਂਗੇ ਆਪਾਂ, ਬਾਕੀ ਗੱਲਾਂ ਦੀ ਬਾਅਦ ਚੋਂ। ਕਹਾਣੀ ਦਾ ਸੁਣਾਉਣ ਤੋਂ ਪਹਿਲਾਂ ਹੀ ਮੈਂ ਤੁਹਾਨੂੰ ਉਹਦਾ ਐਂਡ ਦੱਸ ਦਾਂਗਾ ਤਾਂ ਕਿ ਤੁਹਾਨੂੰ ਜਿਹੜੀ ਇਹ ਗੱਲ ਚੰਗੀ ਤਰ੍ਹਾਂ ਪਕੜੀ ਜਾਏ। ਇੱਕ ਕੇਕ ਹੈ 120 kg ਦਾ। ਕਿੰਨਾ ਭਾਰ ਹੈ? 120 ਕਿਲੋ ਦਾ ਕੇਕ। ਕਿੱਡਾ ਭਾਰਾ ਕੇਕ ਬਣਾਤਾ ਹੈ ਨਾ। ਮੈਂ ਉਹਦੇ 4 ਇਕੁਅਲ ਹਿੱਸੇ ਕਰ ਦਿੱਤੇ। ਕਿੰਨੇ ਇਕੁਅਲ ਪਾਰਟ ਕਰ ਦਿੱਤੇ? 4। ਠੀਕ ਹੈ, ਫੋਟੋ 'ਚ ਨਹੀਂ ਲੱਗਦਾ ਪਿਆ ਵੀ ਇਕੁਅਲ ਹਿੱਸੇ ਕੀਤੇ ਨੇ, ਪਰ ਤੁਸੀਂ ਮੰਨ ਲਓ ਕਿ ਇੱਕ ਸਰਕਲ ਦੇ, ਇੱਕ ਕੇਕ ਦੇ ਜਾਂ ਇੱਕ ਪੀਜ਼ਾ ਦੇ 4 ਇਕੁਅਲ ਹਿੱਸੇ ਜਿਹੜੇ ਕਰ ਦਿੱਤੇ। ਤਾਂ ਤੁਸੀਂ ਮੈਨੂੰ ਦੱਸ ਸਕਦੇ ਹੋ ਕਿ ਇੱਕ ਹਿੱਸਾ ਕਿੰਨੇ ਭਾਰ ਦਾ ਹੋਏਗਾ ਜੇ ਸਾਰੇ ਹਿੱਸੇ, ਜੇ ਟੋਟਲ ਕੇਕ 120 ਕਿਲੋ ਦਾ ਤਾਂ ਇੱਕ ਹਿੱਸਾ ਜਿਹੜਾ ਹੋਏਗਾ ਉਹ ਹੋਏਗਾ 30 kg ਦਾ। ਉਹ ਕਿੰਨੇ ਦਾ ਹੋਏਗਾ? 30 kg ਦਾ। ਠੀਕ ਹੈ, ਸਿਮਿਲਰ ਵੇ ਦੇ ਵਿੱਚ ਐਟੋਮਿਕ ਮਾਸ ਯੂਨਿਟ ਕੀ ਹੈ? 1/12 of mass of 1 carbon 12 ਐਟਮ। ਇੱਕ ਕਾਰਬਨ ਐਟਮ ਲੈ ਲਓ, ਇੱਕ ਕਾਰਬਨ ਮੰਨ ਲਓ, ਆ ਇੱਕ ਕਾਰਬਨ ਦਾ ਇੱਕ ਐਟਮ ਲੈ ਲਿਆ, ਆ ਇਹਦਾ ਨਿਊਕਲੀਅਸ ਹੈ, ਆ ਇਹਦੇ ਜਿਹੜੇ ਸ਼ੈਲਸ ਹੈਗੇ ਨੇ। ਇੱਕ ਕਾਰਬਨ ਦਾ ਐਟਮ ਲੈ ਲਓ, ਇਹਦੇ 12 ਹਿੱਸੇ ਕਰ ਦੋ। ਧਿਆਨ ਨਾਲ ਸੁਣਦੇ ਰਹੇ, ਸਾਰੀ ਗੱਲ ਸਮਝ ਆਏਗੀ। ਇਹਦੇ ਕਿੰਨੇ ਹਿੱਸੇ ਕਰ ਦੋ? ਇਹਨੂੰ ਐ ਵੰਡੋ ਕਿ ਇਹਦੇ 12 ਇਕੁਅਲ ਪਾਰਟਸ ਹੋ ਜਾਣ। ਕਿੰਨੇ? 12 ਇਕੁਅਲ ਪਾਰਟਸ। ਤਾਂ 12 ਹਿੱਸਿਆਂ ਦੇ ਵਿੱਚੋਂ ਮੰਨ ਲਓ ਕਿ ਆ ਜਿਹੜੇ ਨੇ 12 ਹਿੱਸੇ ਆਪਾਂ ਕੀਤੇ ਨੇ, ਕਿੱਧਰ ਗਿਆ? ਕਾਰਬਨ ਦੇ 12 ਹਿੱਸੇ ਜਿਹੜੇ ਆਪਾਂ ਕੀਤੇ ਨੇ ਉਹਦੇ ਵਿੱਚੋਂ ਇੱਕ ਹਿੱਸਾ ਮੈਂ ਚੱਕ ਲਾਂ, ਉਹਨੂੰ ਮੈਂ ਕਹਾਂਗਾ 1AMU। ਚਲੋ, ਨਹੀਂ ਪਤਾ AMU ਕੀ ਹੁੰਦਾ ਹੈ, ਇਹਦੀ ਕਹਾਣੀ ਕੀ ਹੈ, ਇਹਦੇ ਬਾਰੇ ਨਹੀਂ ਪਤਾ, ਪਰ 1AMU ਪਤਾ ਲੱਗ ਗਿਆ ਮਤਲਬ ਕੀ ਹੈ। ਮਤਲਬ ਕਾਰਬਨ ਦੇ 12 ਹਿੱਸੇ ਕਰ ਦੋ, ਉਹਦੇ ਵਿੱਚੋਂ ਇੱਕ ਹਿੱਸਾ ਚੱਕ ਲਓ, ਉਹਦਾ ਜਿੰਨਾ ਭਾਰ ਹੋਏਗਾ, ਉਹਦਾ ਜਿੰਨਾ ਮਾਸ ਹੋਏਗਾ, ਉਹਨਾਂ ਕੀ ਹੋਏਗਾ? 1AMU। AMU ਕੀ ਹੈ ਇਹ ਆਪਾਂ ਪੜਾਂਗੇ। ਠੀਕ ਹੈ, ਤੇ ਇੱਕ AMU ਕਾਰਬਨ ਦੇ 12ਵੇਂ ਹਿੱਸੇ ਦੀ, ਜਿਵੇਂ ਕੇਕ ਦੇ ਆਪਾਂ ਤੇ 4 ਹਿੱਸੇ ਕੀਤੇ ਸੀ, ਇੱਕ ਹਿੱਸੇ ਦਾ weight ਆਇਆ ਸੀ 30 kg। ਉਵੇਂ ਜੇ ਕਾਰਬਨ ਐਟਮ ਦੇ 12 ਹਿੱਸਿਆਂ 'ਚ ਡਿਵਾਈਡ ਕਰ ਦਈਏ ਕਾਰਬਨ ਐਟਮ ਨੂੰ, ਤਾਂ ਇੱਕ ਹਿੱਸੇ ਦਾ ਜਿਹੜਾ weight ਆਏਗਾ 1.67 into 10 ਦੀ ਪਾਵਰ -27 kg। ਸਮਝ ਸਕਦੇ ਹੋ ਕਿ ਇੱਕ ਕਾਰਬਨ ਐਟਮ ਨੂੰ 12 ਹਿੱਸਿਆਂ 'ਚ ਡਿਵਾਈਡ ਕਰਕੇ ਉਹਦਾ ਭਾਰ ਕੀਤਾ ਗਿਆ, ਤਾਂ ਉਹਦਾ ਜਿਹੜਾ weight ਆਇਆ ਉਹ ਆਇਆ, ਵੇਖਦੇ ਪਿਓ ਕਿੰਨਾ ਘੱਟ ਹੈ। ਪੁਆਇੰਟਾਂ 'ਚ ਆਂਸਰ ਆਏਗਾ 0. ਕਿੰਨੀਆਂ ਜ਼ੀਰੋਆਂ ਲੱਗਣਗੀਆਂ, ਉਸ ਤੋਂ ਬਾਅਦ ਕਿਧਰੇ ਜਾ ਕੇ 167 ਲਿਖਿਆ ਜਾਏਗਾ, ਹਨਾ। ਵਾਧੂ ਸਾਰੀਆਂ ਜ਼ੀਰੋਆਂ, ਮਤਲਬ ਇੱਕ ਐਟਮ ਦਾ ਭਾਰ ਜਿਹੜਾ ਹੈ ਬੜਾ ਹੀ ਨੈਗਲੀਜੀਬਲ ਜਿਹਾ, ਬੜਾ ਹੀ ਘੱਟ ਹੈ। ਤੇ ਆਪਾਂ ਕਾਰਬਨ ਦੇ 12ਵਾਂ ਹਿੱਸਾ ਲੈ ਲਿਆ। ਠੀਕ ਹੈ, ਕਾਰਬਨ ਦੇ 12ਵੇਂ ਹਿੱਸੇ ਦਾ ਜਿਹੜਾ ਮਾਸ ਹੈ ਉਹ ਤੁਹਾਨੂੰ ਪਤਾ ਲੱਗ ਗਿਆ, ਉਹਨੂੰ ਕਹਿੰਦੇ ਨੇ 1AMU ਜਾਂ ਫਿਰ 1.67 into 10⁻⁻27 kg। ਕੀ ਲੋੜ ਪਈ AMU ਲੈਣ ਦੀ? ਐਟੋਮਿਕ ਮਾਸ ਯੂਨਿਟ ਦੀ ਲੋੜ ਕੀ ਪਈ? ਕੀ ਹੁੰਦਾ ਕੀ ਹੈ ਇਹ ਆਪਾਂ ਪੜਾਂਗੇ ਹੁਣੇ NCERT ਤੋਂ ਆਪਣੀ। ਵਾਈ ਵੀ ਨੀਡ kg ਔਰ ਰੁਪੀਸ? ਇਹ ਤਾਂ ਆਪਾਂ ਨੂੰ ਨਹੀਂ NCERT ਪੜਾਏਗੀ ਆਪਣੀ 9th ਕਲਾਸ ਦੀ। ਤਾਂ ਉਹ ਇਹ ਸਵਾਲ ਪੁੱਛਦਾ ਹੈ, ਕੇ ਕਲਾਸਿਸ ਵੱਲੋਂ ਇਹ ਸਵਾਲ ਪੁੱਛਿਆ ਜਾਂਦਾ ਹੈ, ਆਪਾਂ ਨੂੰ ਕਿਲੋਗ੍ਰਾਮ ਦੀ ਲੋੜ ਕਿਉਂ ਪੈਂਦੀ ਹੈ ਜਾਂ ਰੁਪੀਸ ਦੀ ਲੋੜ ਕਿਉਂ ਪੈਂਦੀ ਹੈ? ਤਾਂ ਬੱਚੇ ਕਹਿੰਦੇ ਨੇ ਕਿਲੋਗ੍ਰਾਮ ਦੀ ਸਰ ਲੋੜ ਉਦੋਂ ਪੈਂਦੀ ਹੈ ਜਦੋਂ ਕਿਸੇ ਬੋਡੀ ਦਾ ਭਾਰ ਤੋਲਣਾ ਹੋਵੇ, ਕਿਸੇ ਬੋਡੀ ਦਾ ਭਾਰ weight ਤੋਲਣਾ ਹੋਵੇ। 60 kg ਮੰਨ ਲਓ ਇੱਕ ਬੋਡੀ ਦਾ weight ਆਇਆ ਹੈ, ਤਾਂ ਮੈਂ ਐਵੇਂ ਕਹਿ ਸਕਦਾ ਇਹਦੇ ਵਿੱਚ 60 ਇੱਕ kg ਹੈਗੇ ਨੇ, ਮਤਲਬ 1 + 1 + 1 +
ਕਰਦੇ ਕਰਦੇ ਸੋ ਔਨ ਜਦੋਂ 61 ਐਡ ਹੁੰਦੇ ਨੇ ਤਾਂ ਉਦੋਂ 60 kg ਬਣਦਾ। ਨਹੀਂ ਸਮਝੇ? ਦੁਬਾਰਾ ਸਮਝਾਣਾ। ਮੰਨ ਲਓ 10 ਟੋਫੀਆਂ ਨੇ, 10 ਟੋਫੀਆਂ ਦਾ weight 10 kg ਹੈ। ਇੱਕ ਟੋਫੀ ਦਾ weight ਕਿੰਨਾ ਹੋਏਗਾ? 1 kg। ਤਾਂ ਜਦੋਂ 10 ਟੋਫੀਆਂ ਜੁੜੀਆਂ 4 5 6 7 8 9 ਤੇ 1 10 kg ਜੁੜੇ ਤਾਂ ਕੀ ਬਣਿਆ? 10 ਇੱਕ kg ਜੋੜ ਕੇ ਕੀ ਬਣਾਉਂਦੇ ਨੇ? ਇੱਕ ਪੂਰਾ 10 kg ਬਣਾਉਂਦੇ ਨੇ। ਤਾਂ ਮੇਰੇ ਕੋਲ ਕੋਈ ਪੁੱਛ ਲੇ kg ਦਾ ਸਭ ਤੋਂ ਛੋਟਾ ਯੂਨਿਟ ਕੀ ਹੈ ਤਾਂ ਮੈਂ ਕਹਾਂਗਾ 1 kg। ਸਭ ਤੋਂ ਛੋਟਾ 1 kg ਨੂੰ ਅੱਗੋਂ ਆਪਾਂ ਮਲਟੀਪਲਾਈ ਕਰ ਦਈਦਾ ਤਾਂ ਆਪਣੇ ਕੋਲ ਟੋਟਲ ਆ ਜਾਂਦਾ। ਮੈਨੂੰ ਕੋਈ ਕਹਿੰਦਾ ਤੇਰਾ ਭਾਰ ਹੈਗਾ ਭਾਈ 75 ਕਿਲੋ, 75 ਕਿਲੋ, ਤਾਂ ਮੈਂ 1 ਕਿਲੋ ਨੂੰ ਮਲਟੀਪਲਾਈ ਕਰਦਾ ਪਿਆ 75 ਦੇ ਨਾਲ, ਉਹ ਆ ਗਿਆ 75। ਉਵੇਂ ਰੁਪੀਸ ਦੀ ਗੱਲ ਕਰਾਂ ਤਾਂ ਰੁਪੀਸ ਦਾ, ਰੁਪਈਏ ਦਾ ਸਭ ਤੋਂ ਛੋਟਾ ਯੂਨਿਟ ਕੀ ਹੈ ਅੱਜ ਕੱਲ ਜਿਹੜਾ ਚੱਲਦਾ ਹੈ? 1 ਰੁਪੀਸ। 1 ਰੁਪੀਸ ਚੱਲਦਾ ਹੈ। ਅੱਗੋਂ ਇਹਨੂੰ ਮਲਟੀਪਲਾਈ ਆਪਾਂ ਕਰਦੇ ਰਹਿੰਦੇ ਆ। ਮੇਰੇ ਕੋਲ 5 ਰੁਪਏ ਨੇ ਤਾਂ ਮੈਂ 1 ਰੁਪੀਸ ਨੂੰ ਮਲਟੀਪਲਾਈ ਕਰਨਾ 5 ਨਾਲ ਤਾਂ ਉਹ ਬਣ ਜਾਂਦੇ ਨੇ 5 ਰੁਪਏ। ਠੀਕ ਹੈ। 1 ਰੁਪਏ ਨੂੰ ਮਲਟੀਪਲਾਈ ਕਰਦਾ 5 ਨਾਲ। ਠੀਕ ਹੈ, ਸਮਝਦੇ ਪਿਓ? ਐਵੇਂ ਮੈਂ ਕਹਿ ਦਿੰਦਾ 1 ਕਿਊਬ ਹੈ। ਰੱਬ ਤੁਹਾਡਾ ਭਲਾ ਕਰੇ। ਆ ਕਿਊਬ ਹੈ। ਠੀਕ ਹੈ, ਗੰਦ ਜਵਾ ਵੀ ਵੱਜ ਗਿਆ। ਆ ਕਿਊਬ ਦਾ ਇੱਕ ਛੋਟਾ ਜਿਹਾ ਹਿੱਸਾ ਚੱਕ ਲਿਆ, ਆਹ ਵਾਲਾ ਛੋਟਾ ਕਿਊਬ ਜਿਹਨੂੰ ਮੈਂ ਰੈਡ ਕਰਨ ਲੱਗਿਆ। ਇੱਥੋਂ ਲਾਈਨ ਇੱਕ ਹੋਰ ਜਾ, ਆਹ ਵਾਲਾ ਰੈਡ ਇੱਕ ਕਿਊਬ ਚੱਕ ਲਿਆ। ਐਵੇਂ ਦੇ 1 2 3 4 ਤੇ 5 ਤੇ ਇੱਕ ਪਿੱਛੇ 6 ਕਿਊਬ ਮਿਲਣਗੇ ਤਾਂ ਇੱਕ ਕਿਊਬ ਬਣੇਗਾ। ਚਲੋ ਮੈਂ ਇੱਕ ਕੰਧ ਲੈ ਲੈਣਾ, ਛੱਡੋ ਕਿਊਬ ਨੂੰ ਛੱਡ ਦੋ, ਨਹੀਂ ਗੱਲ ਪੱਲੇ ਪੈਂਦੀ ਵੀ। ਇੱਕ ਕੰਧ ਲੈ ਲੈਣਾ। ਇੱਕ ਕੰਧ ਦਾ ਸਭ ਤੋਂ ਛੋਟਾ ਯੂਨਿਟ ਕੀ ਹੈ? 1 ਇੱਟ। 1 ਇੱਟ। ਵਾਧੂ ਸਾਰੀਆਂ ਇੱਟਾਂ ਮਿਲ ਕੇ ਕੰਧ ਬਣਾਉਂਦੀ ਹੈ। ਉਸੇ ਤਰ੍ਹਾਂ ਬੇਸ ਕੀ ਹੈ? 1 ਇੱਟ। ਕੀ ਹੈ? ਯੂਨਿਟ। ਯੂਨਿਟ ਦਾ ਮਤਲਬ ਹੁੰਦਾ ਹੈ ਸਮੋਲੈਸਟ, ਹੈ ਨਾ? ਜਿਹੜਾ ਯੂਨਿਟ ਹੈ ਉਹ ਕੀ ਹੈ? ਸਭ ਤੋਂ ਛੋਟੀ ਇਕਾਈ, ਸਭ ਤੋਂ ਛੋਟੀ ਚੀਜ਼ ਜਿਹਨੂੰ ਮਿਲਾ ਕੇ ਅੱਗੋਂ ਚੀਜ਼ਾਂ ਬਣੀਆਂ ਨੇ। ਉਵੇਂ ਹੀ ਜਿਹੜਾ ਐਟਮ ਸੀ ਨਾ ਰਾਜੇ, ਐਟਮ ਬਹੁਤ ਜ਼ਿਆਦਾ ਛੋਟਾ ਹੈ। ਆਪਾਂ ਪੜ੍ਹਿਆ ਹੈ ਐਟਮ ਬਹੁਤ ਜ਼ਿਆਦਾ ਛੋਟਾ ਹੋਣ ਦੇ ਕਾਰਨ ਐਟਮਸ ਦੇ ਕੋਲੋਂ, ਵਿਚਾਰਿਆਂ ਦੇ ਕੋਲੋਂ ਮਾਸ ਜਿਹੜਾ ਹੈ ਆਪਾਂ ਉਹਨਾਂ ਦਾ kg ਦੇ ਵਿੱਚ ਲੈ ਨਹੀਂ ਸਕਦੇ। ਜਿਵੇਂ ਆਪਾਂ ਦੁੱਧ ਨੂੰ ਆਪਾਂ ਐਵੇਂ ਨਹੀਂ ਮੈਜ਼ਰ ਕਰਦੇ ਨਾ ਵੀ ਅੱਜ 25 ਕਿਲੋਮੀਟਰ ਦੁੱਧ ਦੇ ਗਿਆ, ਨਹੀਂ ਮੈਜ਼ਰ ਕਰਦੇ। ਉਵੇਂ ਆਪਾਂ ਐਟਮਸ ਦੇ ਜਿਹੜੇ ਨੇ ਮਾਸ ਨੇ ਉਹਨਾਂ ਨੂੰ ਆਪਾਂ kg ਦੇ ਵਿੱਚ ਮੈਜ਼ਰ ਨਹੀਂ ਕਰਦੇ। ਆਪਾਂ ਇਹਨਾਂ ਨੂੰ ਮੈਜ਼ਰ ਕਰਦੇ ਹਾਂ AMU, ਐਟੋਮਿਕ ਮਾਸ ਯੂਨਿਟ ਦੇ ਵਿੱਚ, ਵੀ ਐਟਮ ਦਾ ਮਾਸ ਐਟੋਮਿਕ ਮਾਸ ਯੂਨਿਟ 'ਚ ਮੈਜ਼ਰ ਕਰਦੇ ਆ। ਤੇ ਆਪਾਂ ਨੂੰ ਪਤਾ ਲੱਗ ਗਿਆ ਸਭ ਤੋਂ ਛੋਟਾ ਐਟੋਮਿਕ ਮਾਸ ਯੂਨਿਟ 1 ਐਟੋਮਿਕ ਮਾਸ ਯੂਨਿਟ ਕਿਹਦੇ ਬਰਾਬਰ ਹੈ? ਕਾਰਬਨ ਐਟਮ ਦੇ ਮਾਸ ਦੇ 12ਵੇਂ ਹਿੱਸੇ ਦੇ। ਤੇ ਜਦੋਂ ਐਕਸਪੈਰੀਮੈਂਟਸ ਕੀਤੇ ਗਏ, ਐਕਸਪੈਰੀਮੈਂਟਸ ਕਰੇ ਗਏ ਤਾਂ ਆਪਣੇ ਕੋਲੋਂ ਆ ਗਿਆ 1 AMU ਦੀ ਵੈਲਿਊ ਆ ਗਈ, ਜਿਹੜੀ ਆਪਾਂ ਉੱਪਰ ਹੁਣੇ ਕੀਤੀ ਸੀ 1.6 × 10⁻27 kg। ਜੇ kg 'ਚ ਪੁੱਛ ਲਿਆ ਤਾਂ ਇੰਨੀ ਜ਼ਿਆਦਾ ਛੋਟੀ ਹੈ। ਤੁਸੀਂ ਕਰਦੇ ਹੋ ਹਾਈਡਰੋਜਨ ਦਾ ਮਾਸ 1 ਹੈ, ਉਹ 1 AMU ਹੈ। ਹੀਲੀਅਮ ਦਾ ਤੁਸੀਂ ਕਰਦੇ ਹੋ 2 ਤਾਂ ਉਹ 2 AMU ਹੈ। ਠੀਕ ਹੈ, ਇਹ ਕਹਾਣੀ ਸੀ AMU ਦੀ। ਚਲੋ ਚਲਦੇ ਆ ਆਪਾਂ ਥੋੜਾ ਜਿਹਾ ਹੋਰ ਅੱਗੇ। ਇਸ ਕਹਾਣੀ ਦਾ ਐਂਡ ਆਪਾਂ ਸੁਣ ਲਿਆ, ਹੁਣ ਆਪਾਂ ਚੱਲਦੇ ਹਾਂ ਥੋੜਾ ਜਿਹਾ ਆਪਣੀ ਬੁੱਕ ਦੇ ਵੱਲ। Most remarkable concept that Dalton's atomic theory proposed was that of the atomic mass. Dalton atomic theory ਨੇ atomic mass ਦਾ ਪੰਗਾ ਜਿਹੜਾ ਹੈ ਪਾ ਦਿੱਤਾ। ਇਹ ਐਟੋਮਿਕ ਮਾਸ ਦਾ ਇਹਨੇ ਜਦੋਂ ਪੰਗਾ ਪਾਇਆ ਤਾਂ ਇਹਨੇ ਬੜੀਆਂ ਗੱਲਾਂ ਅੱਗੋਂ ਖੋਲ ਦਿੱਤੀਆਂ। ਅਕੋਰਡਿੰਗ ਟੂ ਹਿਮ ਈਚ ਐਲੀਮੈਂਟ ਹੈਡ ਏ ਕਰੈਕਟਰਿਸਟਿਕ ਐਟੋਮਿਕ ਮਾਸ। ਕਹਿੰਦਾ ਹਰੇਕ ਐਲੀਮੈਂਟ ਦੇ ਕੋਲੋਂ,
ਹਰੇਕ ਐਟਮ ਦੇ ਕੋਲੋਂ ਆਪਦਾ ਇੱਕ ਮਾਸ ਹੈਗਾ ਹੀ ਹੈਗਾ ਹੈ। The theory could explain the law of constant proportion so well that scientists were prompted to measure the atomic mass of an atom. ਕਹਿੰਦੇ ਉਹਦੀ ਥਿਊਰੀ ਇੰਨੀ ਕੁ ਜ਼ਿਆਦਾ ਘੈਂਟ ਸੀਗੀ ਉਸ ਟਾਈਮ ਦੇ ਵਿੱਚ, ਇੰਨੀ ਕੁ ਜ਼ਿਆਦਾ ਵਧੀਆ ਚੱਲ ਰਹੀ ਸੀ ਕਿ ਸਾਇੰਟਿਸਟ ਨੂੰ ਮਜਬੂਰਨ ਸਾਇੰਟਿਸਟ ਦੀ ਇੰਨੀ ਜ਼ਿਆਦਾ ਉਹ ਵੱਧ ਗਈ, ਉਹਨਾਂ 'ਚ ਇੰਟਰਸਟ ਵੱਧ ਗਿਆ, ਟਰਸਟ ਜਿਹਾ ਹੋ ਗਿਆ ਉਹਦੇ ਤੇ ਉਹਨਾਂ ਨੇ ਐਟੋਮਿਕ ਮਾਸ ਤੇ ਕੰਮ ਕਰਨਾ ਸ਼ੁਰੂ ਕਰ ਦਿੱਤਾ, ਐਟਮ ਦੇ ਭਾਰ ਦੇ ਉੱਤੇ ਕੰਮ ਕਰਨਾ ਸ਼ੁਰੂ ਕਰ ਦਿੱਤਾ। Since determining the mass of an individual atom was a relatively difficult task, ਕਹਿੰਦਾ ਇੱਕ ਐਟਮ ਦਾ ਮਾਸ ਮੇਜ਼ਰ ਕਰਨਾ ਬੜਾ ਜ਼ਿਆਦਾ ਔਖਾ ਸੀਗਾ, ਇੱਕ ਐਟਮ ਦਾ ਮਾਸ ਜਿਹੜਾ ਹੈ ਮੇਜ਼ਰ ਕਰਨਾ ਬੜਾ ਹੀ ਔਖਾ ਹੋ ਗਿਆ। Relative atomic masses were determined using the law of chemical combination and the compounds formed. ਕਹਿੰਦਾ ਫਿਰ ਰਿਲੇਟਿਵ ਮਾਸ ਦਾ ਜਿਹੜਾ ਕਨਸੈਪਟ ਹੈ ਉਹ ਸਾਹਮਣੇ ਆਇਆ। ਕਿਹੜਾ ਕਨਸੈਪਟ ਸਾਹਮਣੇ ਆਇਆ? ਰਿਲੇਟਿਵ ਮਾਸ ਦਾ। ਹੁਣੇ ਮੈਂ ਤੁਹਾਨੂੰ ਦੱਸ ਦਿੰਦਾ, ਤੁਹਾਨੂੰ ਮੈਂ ਹੁਣੇ ਪੜ੍ਹਾ ਕੇ ਹਟਿਆ ਰਿਲੇਟਿਵ ਮਾਸ ਬਾਰੇ। ਰਿਲੇਟਿਵ ਹੁੰਦਾ ਰਿਸ਼ਤਾ, ਆਪਣੇ ਵੀ ਰਿਲੇਟਿਵਸ ਹੈਗੇ ਨੇ, ਰਿਸ਼ਤੇਦਾਰ ਹੈਗੇ ਨੇ, ਜਿਹੜੇ ਹਰੇਕ ਵਾਰੀ ਆ ਜਦੋਂ ਆਪਣਾ ਰਿਜ਼ਲਟ ਆਉਂਦਾ ਤਾਂ ਫੋਨ ਕਰਕੇ ਜਾਣ ਕੇ ਪੁੱਛਦੇ ਨੇ ਵੀ ਹਾਂ ਤੁਹਾਡੇ ਮੁੰਡੇ ਦਾ ਕੀ ਬਣਿਆ, ਸਾਡੇ ਮੁੰਡੇ ਦੇ ਤਾਂ ਇੰਨੇ ਨੰਬਰ ਆਏ ਨੇ, ਹਨਾ। ਤੇ ਕੁਝ ਰਿਲੇਟਿਵਸ ਚੰਗੇ ਵੀ ਹੁੰਦੇ ਨੇ, ਕੁਝ ਰਿਲੇਟਿਵਸ ਬਹੁਤ ਜ਼ਿਆਦਾ ਚੰਗੇ ਹੁੰਦੇ ਨੇ। ਆਈ ਹੋਪ ਯੂ ਆਰ ਅੰਡਰਸਟੈਂਡਿੰਗ ਵਟ ਆਈ ਵਾਂਟ ਟੂ ਸੇ, ਹਨਾ। ਚਲੋ ਆਪਾਂ ਆਦੇ ਕਨਸੈਪਟ ਤੇ ਚੱਲਦੇ ਆ। ਮੈਂ ਰਿਲੇਟਿਵ ਹੁਣੇ ਕਿੱਥੇ ਸਮਝਾਇਆ ਹੈ? ਕਾਰਬਨ ਦੇ ਵਿੱਚ। ਆਪਾਂ ਐਟੋਮਿਕ ਮਾਸ ਜਿਹੜਾ ਯੂਨਿਟ ਲਿੱਤਾ ਹੈ ਉਹ ਕਾਰਬਨ ਦੇ ਮਾਸ ਦਾ ਹੀ 12ਵਾਂ ਹਿੱਸਾ ਕਿਉਂ ਲਿੱਤਾ? ਕਾਰਬਨ ਦੇ ਮਾਸ ਦਾ ਹੀ 12ਵਾਂ ਹਿੱਸਾ ਕਿਉਂ ਲਿੱਤਾ? ਇਹ ਪੜਾਂਗੇ ਆਪਾਂ ਹੁਣੇ ਅੱਗੇ, ਪਰ ਉਸ ਤੋਂ ਪਹਿਲਾਂ ਇੰਨੀ ਗੱਲ ਸਮਝ ਲਓ ਵੀ ਆਪਾਂ ਐਟੋਮਿਕ ਮਾਸ ਯੂਨਿਟ ਨੂੰ ਕਿਹਦੇ ਨਾਲ ਰਿਲੇਟ ਕੀਤਾ ਹੈ? ਕਾਰਬਨ। ਕਿਹਦੇ ਨਾਲ? ਕਾਰਬਨ ਦੇ ਨਾਲ। ਤਾਂ ਕਾਰਬਨ ਦੇ ਮਾਸ ਦੇ ਨਾਲ ਆਪਾਂ ਰਿਲੇਟ ਕਰਕੇ ਐਟੋਮਿਕ ਮਾਸ ਯੂਨਿਟ ਦੀ ਵੈਲਿਊ ਕੱਢੀ ਹੈ, ਜਿੰਦੇ ਤੋਂ ਅੱਗੇ ਸਾਰੀਆਂ ਥਿਊਰੀਜ਼ ਬਣਨਗੀਆਂ। ਲੈਟ ਅਸ ਟੇਕ ਦ ਐਗਜ਼ਾਮਪਲ ਆਫ ਅ ਕੰਪਾਊਂਡ। ਇੱਥੋਂ ਤੱਕ ਸਮਝ ਲੱਗ ਗਿਆ? ਆ ਨਵੀਂ ਗੱਲਾਂ। ਕਹਿੰਦੇ ਐਗਜ਼ਾਮਪਲ ਇੱਕ ਕੰਪਾਊਂਡ ਦੀ ਤੁਹਾਨੂੰ ਦੇ ਕੇ ਦੱਸਦੇ ਹਾਂ ਵੀ ਡੈਲਟਨ ਦੀ ਥਿਊਰੀ ਤੋਂ ਬਾਅਦ ਕਿਵੇਂ ਸਾਇੰਟਿਸਟ ਨੇ ਕੀਤਾ ਐਟਮਸ ਦਾ ਮਾਸ ਕੱਢਣ ਦਾ, ਜਿਹੜੀ ਰਿਸਰਚ ਕਿੱਦਾਂ ਚੱਲੀਆਂ। ਕਹਿੰਦਾ ਕਾਰਬਨ ਮੋਨੋਆਕਸਾਈਡ ਲੈ ਲਓ, formed by carbon and oxygen। ਕਹਿੰਦਾ ਕਾਰਬਨ ਮੋਨੋਆਕਸਾਈਡ ਕਾਹਦੀ ਬਣੀ? ਕਾਰਬਨ ਤੇ ਆਕਸੀਜਨ ਦੀ। It was observed experimentally that 3 gram of carbon combine with 4 gram of oxygen to form ਕਾਰਬਨ ਮੋਨੋਆਕਸਾਈਡ। ਕਹਿੰਦਾ ਇਹ ਐਕਸਪੈਰੀਮੈਂਟਸ ਹੋਏ ਤੇ ਪਤਾ ਲੱਗਿਆ ਕਿ 3 ਗ੍ਰਾਮ ਜਿਹੜੀ ਕਾਰਬਨ ਹੈ ਉਹ 4 ਗ੍ਰਾਮ ਆਕਸੀਜਨ ਦੇ ਨਾਲ ਮਿਲ ਕੇ ਕਾਰਬਨ ਮੋਨੋਆਕਸਾਈਡ ਬਣਾ ਦਿੰਦੀ ਹੈ। ਚਲੋ ਠੀਕ ਹੈ। In other words, carbon combines with 4/3 times its mass of oxygen। ਆਹ ਗੱਲ ਨੂੰ ਮੈਂ ਸਮਝਾਉਣਾ ਇਹਦੇ ਤੇ ਪੇਜ ਤੇ ਆਪਣੇ ਤੇ। ਕਹਿੰਦੇ ਕਾਰਬਨ ਮੋਨੋਆਕਸਾਈਡ ਉਦੋਂ ਬਣਦੀ ਹੈ ਜਦੋਂ ਕਾਰਬਨ 3 ਗ੍ਰਾਮ ਲਓ। ਇਹ ਐਕਸਪੈਰੀਮੈਂਟਸ ਨਾਲ ਕੀਤਾ ਉਹਨਾਂ ਨੇ, ਤਾਂ ਉਹਨਾਂ ਨੂੰ ਪਤਾ ਲੱਗ ਗਿਆ ਵੀ 3 ਗ੍ਰਾਮ ਕਾਰਬਨ ਤੇ 4 ਗ੍ਰਾਮ ਆਕਸੀਜਨ ਲੈ ਕੇ ਕਾਰਬਨ ਮੋਨੋਆਕਸਾਈਡ ਬਣਦੀ ਹੈ। ਠੀਕ ਹੈ। ਤਾਂ ਅਗਲੀ ਲਾਈਨ ਜਿਹੜੀ ਕਹਿੰਦਾ ਮਾਸ ਆਫ ਕਾਰਬਨ is 4/3 times mass of oxygen। ਆਹ ਗੱਲ ਉਹ ਕਹਿਣਾ ਚਾਹੁੰਦਾ ਹੈ। ਦੇਖਿਆ ਜੇ ਮੈਂ ਇੱਥੇ ਮਾਸ ਆਫ ਕਾਰਬਨ 3 ਭਰ ਦੇਣਾ ਜਿਵੇਂ ਕਿ ਇੱਥੇ ਉਹਨਾਂ ਨੇ ਦੱਸਿਆ ਹੈ ਤਾਂ ਉਹੀ ਹੋ ਗਿਆ 4/3, 3 ਨਾਲ 3 ਕੈਂਸਲ, which is mass of oxygen। 4 ਹੀ ਆਇਆ ਸੀ ਮਾਸ ਆਫ ਆਕਸੀਜਨ। ਤਾਂ ਆਪਾਂ ਗੱਲ ਨੂੰ ਜਿਹੜੀ ਆਹ ਵਾਲੀ ਗੱਲ ਹੈ 3 ਗ੍ਰਾਮ ਆ ਲੈਨੇ ਆ, 4 ਗ੍ਰਾਮ ਆ ਲੈਨੇ ਆ, ਇਹਨੂੰ ਐਵੇਂ ਵੀ ਲਿਖ ਸਕਦੇ ਆ ਵੀ ਮਾਸ ਆਫ ਕਾਰਬਨ ਹੈਗਾ 4/3 ਮਾਸ ਆਫ ਆਕਸੀਜਨ। ਬਸ ਗੱਲ ਨੂੰ ਲਿਖਣ ਦਾ ਤਰੀਕਾ ਹੀ ਬਦਲਿਆ, ਹੋਰ ਕੁਝ ਨਹੀਂ ਕੀਤਾ। ਠੀਕ ਹੈ। ਤਾਂ ਉਹ ਇਹ ਕਹਿਣਾ ਚਾਹੁੰਦਾ ਹੈ ਕਾਰਬਨ ਤੇ ਆਕਸੀਜਨ ਜਦੋਂ ਤੁਸੀਂ ਲੈਣੀ ਹੈ ਤਾਂ 3 ਰੇਸ਼ੀਓ ਕਿੰਨੇ ਚ ਲੈਣੀ ਹੈ? 4 ਚ। ਫਿਰ ਹੀ ਕੀ ਬਣੇਗੀ ਆਪਣੀ ਕਾਰਬਨ ਮੋਨੋਆਕਸਾਈਡ। ਉਸ ਲਾਈਨ ਦੇ ਵਿੱਚ ਹੋਰ ਕੁਝ ਨਹੀਂ। 3/4 ਚ ਲੈਣੀ ਹੈ ਤਾਂ 3/4 ਨੂੰ ਜਦੋਂ ਮੈਂ ਕੱਟ ਕਰਾਂਗਾ, ਯਾਨੀ ਕਿ 3 ਨਾਲ ਦੋਨੋਂ ਸਾਈਡ ਤੇ ਮੰਨ ਲਓ ਮੈਂ ਡਿਵਾਈਡ ਕਰ ਦਿੰਦਾ, ਤਾਂ ਕਾਰਬਨ ਆ ਜਾਏਗੀ 1, ਆਕਸੀਜਨ ਆ ਜਾਏਗੀ 1.33। ਚਲੋ ਠੀਕ ਹੈ, ਅੱਗੋਂ ਦੇਖਦੇ ਹਾਂ। Suppose we define the atomic mass unit abbreviated as AMU, but according to the latest IUPAC recommendation, it is now written as U unified mass। ਕਹਿੰਦਾ atomic mass unit ਨੂੰ ਤੁਸੀਂ ਹੁਣ ਦੇ ਟਾਈਮ ਦੇ ਵਿੱਚ ਕੀ ਲਿਖਦੇ ਹੋ? U ਕੱਲਾ।
यूनिफाइड मास, ठीक है राजे, as equal to the mass of one carbon atom, then we would assign carbon atomic mass 1.0 u। ਜਿਵੇਂ ਮੈਂ ਹੁਣੇ ਤੁਹਾਨੂੰ ਕੱਟ ਕਰਕੇ ਵਿਖਾਇਆ 3 ਤੇ 4 ਨੂੰ ਜਦੋਂ ਆਪਾਂ ਰੇਸ਼ੀਓ ਚ ਲਵਾਂਗੇ, ਇੰਨੀ ਰੇਸ਼ੀਓ ਚ ਲੈਣਾ ਤਾਂ ਹੀ ਕਾਰਬਨ ਮੋਨੋਆਕਸਾਈਡ ਬਣੇਗੀ। ਤੇ ਜੇ ਇਹਨਾਂ ਨੂੰ ਮੈਂ ਡਿਵਾਈਡ ਕਰਦਾ ਬਾਈ 3 ਨਾਲ ਤਾਂ ਕਿ ਇਧਰ 1 ਆ ਸਕੇ ਤਾਂ 1 ਰੇਸ਼ੀਓ 1.33 ਆਉਂਦਾ ਹੈ। ਆਕਸੀਜਨ ਦਾ ਐਟੋਮਿਕ ਮਾਸ ਕਿੰਨਾ ਆਏਗਾ 1.33। ਹੁਣ ਇੱਥੇ ਗੜਬੜ ਕੀ ਹੋਗੀ, ਇੱਥੇ ਗੜਬੜ ਇਹ ਹੋਗੀ ਕਿ however it is more convenient to have these number as whole number or as near to whole number। ਕਹਿੰਦਾ ਆਕਸੀਜਨ ਦਾ ਜਿਹੜਾ ਮਾਸ ਆਇਆ ਹੈ ਉਹ 1.33 u ਆ ਗਿਆ, ਤਾਂ ਕਹਿੰਦੇ ਆਪਾਂ ਇੱਕ ਹੋਲ ਨੰਬਰ ਰੇਸ਼ੀਓ ਜੇ ਆਪਾਂ ਨੂੰ ਮਿਲ ਜਾਣ ਤਾਂ ਜ਼ਿਆਦਾ ਬੈਟਰ ਹੈ। ਹੋਲ ਨੰਬਰ ਰੇਸ਼ੀਓ ਕਹਿਣ ਦਾ ਮਤਲਬ ਕਿ ਪੂਰੇ ਨੰਬਰ ਮਿਲਣ, ਜਿਵੇਂ ਆ 1.33 ਆਇਆ ਇਹਦੀ ਜਗ੍ਹਾ 2 ਆਵੇ ਜਾਂ 1 ਹੀ ਆ ਜੇ, ਹਨਾ, ਜਾਂ ਐਵੇਂ ਤਰ੍ਹਾਂ ਦਾ ਕੋਈ ਚੀਜ਼ ਲਿੱਤੀ ਜਾਵੇ, ਐਵੇਂ ਤਰ੍ਹਾਂ ਨਾਲ ਕੀਤਾ ਜਾਵੇ ਕਿ ਜਿਹੜਾ ਮਾਸ ਹੈ ਉਹ ਇੱਕ ਹੋਲ ਨੰਬਰ ਚ ਆਵੇ। ਯੂਨਿਟ ਐਵੇਂ ਤਰ੍ਹਾਂ ਡਿਫਾਈਨ ਕੀਤਾ ਜਾਵੇ ਕਿ ਇਹੋ ਜਿਹਾ ਯੂਨਿਟ ਬਣ ਕੇ ਆਵੇ ਜਿਹੜਾ ਕਿ ਮਾਸ ਜਦੋਂ ਆਪਾਂ ਕੈਲਕੂਲੇਟ ਕਰੀਏ ਤਾਂ ਇੱਕ ਹੋਲ ਨੰਬਰ, ਇੱਕ ਪ੍ਰੋਪਰ ਨੰਬਰ ਬਣੇ, ਇੱਕ ਪ੍ਰੋਪਰ ਨੰਬਰ ਬਣੇ। ਦੇਖਦੇ ਹਾਂ ਫਿਰ ਇਹਨਾਂ ਨੇ ਕੀ ਕੀਤਾ। while searching for various atomic mass units, ਕਹਿੰਦਾ ਵਾਧੂ ਸਾਰੇ ਐਟੋਮਿਕ ਮਾਸ ਯੂਨਿਟ ਲੱਭਣ ਤੋਂ ਬਾਅਦ ਵੀ ਕੀ ਰੱਖੀਏ, scientists initially took 1/16 of the mass of an atom of naturally occurring oxygen as the unit। ਜੋ ਮੈਂ ਪੜਾਇਆ ਹੈ ਉਹ ਗਲਤ ਨਹੀਂ ਹੈਗਾ, ਕਾਰਬਨ 12 ਵਾਲਾ ਮੈਂ ਪਹਿਲਾਂ ਹੀ ਕਿਹਾ ਉਹ ਕਹਾਣੀ ਦਾ ਐਂਡ ਹੈ। ਕਾਰਬਨ ਦੇ ਮਾਸ ਨੂੰ 12 ਹਿੱਸਿਆਂ ਚ ਡਿਵਾਈਡ ਕਰਦੇ ਆ ਤਾਂ ਐਟੋਮਿਕ ਮਾਸ ਯੂਨਿਟ ਆਉਂਦਾ। ਕਹਿੰਦਾ ਸ਼ੁਰੂ ਤੋਂ ਪਹਿਲਾਂ ਕੀ ਸਾਇੰਟਿਸਟ ਨੇ ਕੀਤਾ ਕਿ ਆਕਸੀਜਨ ਦਾ ਲੈ ਲਿਆ, ਵੀ ਆਕਸੀਜਨ ਦੇ ਭਾਰ ਦਾ 16ਵਾਂ ਹਿੱਸਾ ਕਰ ਦੋ ਤੇ ਜਿੰਨਾ ਮਾਸ ਆਏਗਾ ਉਹਨੂੰ ਲੈ ਲਓ AM। This was considered relevant due to two reasons। ਕਿਉਂ ਉਹਨਾਂ ਨੂੰ ਇਹ ਲੱਗਿਆ ਵੀ ਇਹ ਗੱਲ ਸਹੀ ਹੋ ਸਕਦੀ ਹੈ, ਉਹਨਾਂ ਕੋਲ ਦੋ ਕਾਰਨ ਹੈਗੇ ਸੀ। ਆਕਸੀਜਨ ਰਿਐਕਟ ਵਿਦ ਅ ਲਾਰਜ ਨੰਬਰ ਆਫ ਐਲੀਮੈਂਟਸ ਐਂਡ ਫਾਰਮ ਕੰਪਾਊਂਡਸ। ਆਕਸੀਜਨ ਵਾਧੂ ਸਾਰੇ ਕੰਪਾਊਂਡਸ ਨਾਲ, ਐਲੀਮੈਂਟਸ ਨਾਲ ਰਿਐਕਟ ਕਰਦੀ ਸੀ ਤੇ ਵਾਧੂ ਸਾਰੇ ਕੰਪਾਊਂਡਸ ਬਣਾਉਂਦੀ ਸੀ। ਦ ਐਟੋਮਿਕ ਮਾਸ ਯੂਨਿਟ ਗੇਵ ਮਾਸ ਆਫ ਮੋਸਟ ਆਫ ਦ ਐਲੀਮੈਂਟ ਐਜ਼ ਹੋਲ ਨੰਬਰ। ਜਦੋਂ ਇਹ ਵਾਲਾ ਐਟੋਮਿਕ ਮਾਸ ਲਿੱਤਾ ਗਿਆ ਤਾਂ ਵਾਧੂ ਸਾਰੇ ਐਲੀਮੈਂਟਸ ਦਾ ਜਿਹੜਾ ਮਾਸ ਹੈ, ਵਾਧੂ ਸਾਰੇ ਐਲੀਮੈਂਟਸ ਦਾ ਜਿਹੜਾ ਮਾਸ ਹੈ ਉਹ ਕਿੰਨਾ ਆਇਆ ਐਜ਼ ਏ ਹੋਲ ਨੰਬਰ, ਜਿਹੜਾ ਕਿ ਆਪਾਂ ਨੂੰ ਪਹਿਲਾਂ ਪ੍ਰੋਬਲਮ ਆਉਂਦੀ ਪਈ ਸੀ ਐਜ਼ ਏ ਹੋਲ ਨੰਬਰ ਨਹੀਂ ਆਉਂਦਾ ਪਿਆ ਸੀ ਤੇ ਹੁਣ ਕੀ ਆ ਗਿਆ ਐਜ਼ ਏ ਹੋਲ ਨੰਬਰ। However, in 1961 ਗੇਮ ਦੇਖਿਆ ਜੇ ਕਿਵੇਂ ਬਦਲਦੀ ਹੁਣ। For a universally accepted atomic mass unit, carbon 12 isotope was chosen as the standard reference for measuring atomic mass। ਕਹਿੰਦੇ 1961 ਦੇ ਵਿੱਚ ਆਪਣੇ ਬੱਚਿਆਂ ਨੇ ਕੇ ਕਲਾਸਿਸ ਵਾਲੇ ਬੱਚਿਆਂ ਨੇ ਗੇਮ ਐਵੇਂ ਬਦਲ ਦਿੱਤੀ, ਕਹਿੰਦੇ ਵੀ ਕਾਰਬਨ ਨੂੰ ਲੈਣਾ, ਕਾਰਬਨ ਲਿਆ ਜਾਏਗਾ। One atomic mass unit is a mass unit equal to exactly 1/12 the mass of one atom of carbon 12। ਕਾਰਬਨ ਦੇ ਐਟਮ ਦਾ ਮਾਸ ਡਿਵਾਈਡ ਕਰ ਦੋ 12 ਨਾਲ, ਜਿੰਨਾ ਆਨਸਰ ਆਏਗਾ ਉਹ ਤੁਹਾਡਾ ਇੱਕ ਐਟੋਮਿਕ ਮਾਸ ਯੂਨਿਟ ਹੋਏਗਾ। ਠੀਕ ਹੈ, ਇਹਦੇ ਵਿੱਚ ਵੀ ਤਾਂ ਕੰਮ ਚੱਲੀ ਜਾਂਦਾ ਸੀ, ਪਰ ਦੇਖਦੇ ਹਾਂ ਵੀ ਕਾਰਬਨ ਨੂੰ ਕਿਉਂ ਲਿਆ ਗਿਆ। Relative atomic masses of all elements have been found with respect to an atom of carbon 12। ਇਹਦੇ ਨਾਲ ਤਾਂ ਵਾਧੂ ਸਾਰਿਆਂ ਦਾ ਹੋਲ ਨੰਬਰ ਬਣਿਆ ਸੀ, ਪਰ ਕੁਝ ਇਹੋ ਜਿਹੇ ਹੋਣਗੇ ਜਿਹੜੇ ਰਹਿ ਗਏ ਹੋਣਗੇ। ਇਹਦੇ ਨਾਲ ਕੀ ਹੈ, ਸਾਰੇ ਦੇ ਸਾਰੇ, ਜ਼ਿਆਦਾਤਰ ਸਾਰੇ ਦੇ ਸਾਰਿਆਂ ਦਾ ਹੀ ਕੰਮ ਜਿਹੜਾ ਐਟੋਮਿਕ ਮਾਸ ਆਪਾਂ ਨੂੰ ਪਤਾ ਲੱਗ ਗਿਆ ਐਜ਼ ਏ ਹੋਲ ਨੰਬਰ। ਠੀਕ ਹੈ, ਇੱਕ ਐਗਜ਼ਾਮਪਲ ਇਹਨਾਂ ਨੇ ਦਿੱਤੀ, ਪੜ੍ਹਦੇ ਹਾਂ। ਇਮੈਜਿਨ ਅ ਫਰੂਟ ਸੈਲਰ ਸੈਲਿੰਗ ਫਰੂਟਸ ਵਿਦਾਊਟ ਐਨੀ ਸਟੈਂਡਰਡ ਵੇਟ ਵਿਦ ਹਿਮ। ਕਹਿੰਦਾ ਇੱਕ ਫਰੂਟ ਸੈਲਰ ਹੈ, ਕੋਈ ਫਲ ਵੇਚਣ ਵਾਲਾ ਵਿਅਕਤੀ ਹੈ, ਹਨਾ, ਉਹਦੇ ਕੋਲੋਂ ਕੰਡਾ ਤਾਂ ਤਾਂ ਹੈਗਾ, ਤਕੜੀ ਤਾਂ ਹੈਗੀ ਹੈ, ਪਰ ਉਹਦੇ ਕੋਲ ਵੱਟੇ ਨਹੀਂ ਹੈਗੇ ਜਿਹਦੇ ਉੱਤੇ ਲਿਖਿਆ ਹੁੰਦਾ 2 kg 5 kg, ਉਹ ਨਹੀਂ ਹੈਗੇ। ਚਲੋ, he takes a watermelon and say this has a mass equal to 12 units। ਕਹਿੰਦਾ ਇੱਕ ਮਤੀਰਾ ਲੈ ਲੈਂਦਾ ਤੇ ਕਹਿੰਦਾ ਇਹਦੇ ਕੋਲੋਂ ਮਾਸ ਕਿੰਨਾ ਹੈ 12 ਯੂਨਿਟਸ ਦੇ ਬਰਾਬਰ ਹੈ। 12 ਵਾਟਰਮੈਲਨ ਯੂਨਿਟਸ ਔਰ 12 ਫਰੂਟ ਮਾਸ ਯੂਨਿਟ। ਉਹਨੇ ਉਹਨੂੰ ਕਹਿਤਾ 12 ਫਰੂਟ ਮਾਸ ਯੂਨਿਟ। he make 12 equal pieces of the watermelon and find the mass of each fruit he is selling। ਉਹਨੇ ਕੀ ਕੀਤਾ, ਇਹਨੂੰ 12 ਹਿੱਸਿਆਂ 'ਚ ਵੰਡ ਲਿਆ।
ਜਿਵੇਂ ਆਪਾਂ ਕੇਕ ਨੂੰ ਵੰਡਿਆ ਸੀ, ਇਹਨੇ 12 ਹਿੱਸਿਆਂ 'ਚ ਵੰਡ ਲਿਆ। ਮੰਨ ਲਓ ਇਹਨੂੰ ਪਤਾ ਸੀ ਵੀ ਇਹਦਾ ਭਾਰ 120 kg ਹੈ, ਇਹਨੇ 12 ਹਿੱਸੇ ਕੀਤੇ ਆ, ਤਾਂ ਇੱਕ ਦਾ ਜਿਹੜਾ ਭਾਰ ਆ ਗਿਆ ਉਹ ਕਿੰਨਾ ਆ ਗਿਆ? 10 ਕਿਲੋਗ੍ਰਾਮ। ਇੱਕ ਦਾ ਭਾਰ 10 ਕਿਲੋਗ੍ਰਾਮ ਆ ਗਿਆ, 12 ਹਿੱਸੇ ਕੀਤੇ, ਇੱਕ ਦਾ ਭਾਰ ਆ ਗਿਆ 10 kg। ਹੁਣ ਉਹਦੇ ਕੋਲ ਕੋਈ ਸੇਬ ਲੈਣ ਆਇਆ, ਦੋ ਸੇਬ ਰੱਖੇ, ਉਹਨੇ ਇੱਕ ਮਤੀਰਾ ਰੱਖਿਆ ਤੇ ਆ ਬਰਾਬਰ ਹੋ ਗਿਆ, ਇੱਕ ਜਿਹੜੀ ਵਾਟਰਮੈਲਨ ਦੀ ਸਲਾਈਸ ਰੱਖੀ ਤੇ ਆ ਬਰਾਬਰ ਹੋ ਗਿਆ, ਤਾਂ ਆ ਪਤਾ ਲੱਗ ਜਾਏਗਾ ਐਪਲ ਕਿੰਨੇ ਨੇ, ਤਾਂ ਐਪਲ 10 kg ਹੋਣਗੇ। 2 ਐਪਲ 10 ਕਿਲੋਗ੍ਰਾਮ ਦੇ। ਚਲੋ ਠੀਕ ਹੈ, ਫੋਰ ਐਗਜ਼ਾਮਪਲ ਆਪਾਂ ਮੰਨ ਕੇ ਚੱਲਦੇ ਹਾਂ। ਤਾਂ ਮਤਲਬ ਉਹਨੇ ਕੀ ਕੀਤਾ, ਮਾਸ ਨੂੰ ਐਜ਼ ਏ ਰਿਲੇਟਿਵ ਮੰਨ ਲਿਆ, ਕਿੰਦਾ? ਇੱਕ ਦਾ, ਇੱਕ ਮਤੀਰੇ ਦਾ। ਨਾਓ ਹੀ ਸੈਲਸ ਹਿਸ ਫਰੂਟ ਬਾਈ ਰਿਲੇਟਿਵ ਫਰੂਟ ਮਾਸ ਯੂਨਿਟ। ਕਿੰਨੇ ਨਾਲ ਰਿਲੇਟ ਕੀਤਾ? ਇੱਕ ਮਤੀਰੇ ਦੇ ਨਾਲ, ਤਾਂ ਉਹਨੂੰ ਐਜ਼ ਏ ਰਿਲੇਟਿਵ ਫਰੂਟ ਮਾਸ ਯੂਨਿਟ ਵੇਚਣ ਲੱਗ ਗਿਆ। ਜਿਵੇਂ ਆਪਾਂ ਰਿਲੇਟਿਵ ਐਟੋਮਿਕ ਮਾਸ ਯੂਨਿਟ ਕੱਢਿਆ, ਐਟੋਮਿਕ ਮਾਸ ਯੂਨਿਟ ਜਿੱਦਾਂ ਆਪਾਂ ਕੱਢਿਆ, ਉਵੇਂ ਕੀ ਕੱਢਿਆ ਉਹਨੇ? relative fruit mass. Similarly, the relative atomic mass of the atom of an element is defined as the average mass of the atom as compared to 1/12 of the mass of one carbon atom. The atomic mass unit की है 1/16 of oxygen नहीं, कार्बन 12 ਦਾ ਮਾਸ ਬਟਾ 12। ਮੈਂ ਉਮੀਦ ਕਰਦਾ ਕਿ ਤੁਹਾਨੂੰ ਇਹ ਗੱਲ ਤਾਂ ਸਮਝ ਆਈ ਹੀ ਹੋਏਗੀ। ਐਲੀਮੈਂਟਸ ਤੇ ਉਹਨਾਂ ਦੇ ਐਟੋਮਿਕ ਮਾਸ। ਹਾਈਡਰੋਜਨ ਦਾ ਆਪਾਂ ਪੜ੍ਹਦੇ ਹਾਂ 1, ਕਾਰਬਨ ਦਾ 12, ਨਾਈਟ੍ਰੋਜਨ ਦਾ 14, ਆਕਸੀਜਨ ਦਾ 16, ਸੋਡੀਅਮ ਦਾ 23, ਮੈਗਨੀਸ਼ੀਅਮ 24, ਸਲਫਰ 32, ਕਲੋਰੀਨ 35.5, ਕੈਲਸ਼ੀਅਮ 40। ਇਹਨੂੰ ਐਟੋਮਿਕ ਮਾਸ ਯੂਨਿਟ ਵੀ ਕਹਿ ਦਿੰਦੇ ਨੇ। ਰਿਲੇਟਿਵ ਚੱਲੇਗਾ, ਰਿਲੇਟਿਵ ਐਟੋਮਿਕ ਮਾਸ ਯੂਨਿਟ ਵੀ ਕਹਿ ਦਿੰਦੇ ਹਨ। ਠੀਕ ਹੈ, ਅੱਜ ਕੱਲ ਯੂ ਚੱਲਦਾ ਹੈ ਯੂਨੀਫਾਈਡ ਮਾਸ। ਠੀਕ ਹੈ, ਮੈਂ ਉਮੀਦ ਕਰਦਾ ਕਿ ਗੱਲ ਤੁਹਾਨੂੰ ਸਾਰੀ ਗੱਲ ਇਹ ਵਾਲੀ ਕਲੀਅਰ ਹੋਈ ਹੋਈ। ਅੱਗੇ ਚੱਲਦੇ ਹਾਂ। ਹਾਊ ਡੂ ਐਟਮਸ ਐਗਜ਼ਿਸਟ? ਐਟਮਸ ਕਿੱਦਾਂ ਐਗਜ਼ਿਸਟ ਕਰਦੇ ਨੇ? ਐਟਮਸ ਬਾਰੇ ਆਪਾਂ ਸਾਰੀ ਕਹਾਣੀ ਪੜ੍ਹਦੇ ਪਏ ਹਾਂ। ਐਟਮਸ ਆਫ ਮੋਸਟ ਐਲੀਮੈਂਟਸ ਆਰ ਨੋਟ ਏਬਲ ਟੂ ਐਗਜ਼ਿਸਟ ਇੰਡੀਪੈਂਡੈਂਟਲੀ। ਵਾਧੂ ਸਾਰੇ ਐਲੀਮੈਂਟਸ ਐਵੇਂ ਦੇ ਨੇ ਜਿਨ੍ਹਾਂ ਦੇ ਐਟਮਸ ਇਕੱਲੇ ਰਹਿ ਹੀ ਨਹੀਂ ਸਕਦੇ। ਐਟਮ ਫਾਰਮ ਮੋਲੀਕੂਲਸ ਐਂਡ ਦਾ ਆਇਨਸ। ਐਟਮਸ ਮਿਲ ਕੇ ਮੋਲੀਕੂਲ ਬਣਾ ਦਿੰਦੇ ਨੇ ਜਾਂ ਫਿਰ ਕੀ ਬਣਾ ਦਿੰਦੇ ਨੇ? ਆਇਨਸ। ਮੋਲੀਕੂਲਸ ਵੀ ਪੜਾਂਗੇ ਕੀ ਨੇ, ਆਇਨਸ ਵੀ ਪੜਾਂਗੇ ਕੀ ਨੇ। These molecules or ions aggregate in large number to form the matter that we can see, feel or touch. मैं दसना की कहना चाहता है, कहंदा एटम्स कुछ एलिमेंट्स दे की ने इकट्ठे ही मिलते ने, ये मिल के अगों मोलीक्यूल बना देंदे ने या आयंस बना देंदे ने। उवें ही वाधू सारे मोलीक्यूल मिल के वाधू सारे, मान लो H2O है, ये वाटर है, वाधू सारे H2O मिल के की बना देंगे? एक गिलास च पानी बना देंगे, एक गिलास च पानी बना देंगे। इनू आपां फील ते टच कर सकते हैं। ਤਾਂ ਐਟਮਸ ਕਿਵੇਂ ਐਗਜ਼ਿਸਟ ਕਰਦੇ ਨੇ? ਐਟਮਸ ਕੁਝ ਇਕੱਠੇ ਵੀ ਐਗਜ਼ਿਸਟ ਕਰਦੇ ਨੇ, ਕੁਝ ਇਕੱਲੇ ਵੀ ਐਗਜ਼ਿਸਟ ਕਰਦੇ ਨੇ, ਤੇ ਵਾਧੂ ਸਾਰੇ ਮਿਲ ਕੇ ਕੀ ਬਣਾ ਦਿੰਦੇ ਨੇ? ਇੱਕ ਪੂਰਾ ਦਾ ਪੂਰਾ ਮੈਟਰ। ਮੈਟਰ ਕੀ ਹੁੰਦਾ? ਐਨੀਥਿੰਗ that occupy space and have mass, sorry। ਠੀਕ ਹੈ, define the atomic mass unit ਆਪਾਂ ਬੜੀ ਚੰਗੀ ਤਰ੍ਹਾਂ ਕਰਤਾ ਹੈ। why is it not possible to see an atom with naked eyes? ਕਿਉਂ ਨਹੀਂ ਵੇਖ ਸਕਦੇ ਆਪਾਂ ਇੱਕ ਐਟਮ ਨੂੰ ਬਿਨਾ ਮਾਈਕਰੋਸਕੋਪ ਤੋਂ? ਜਾਂ ਫਿਰ ਆਪਾਂ ਨੂੰ ਕਿਉਂ ਨਹੀਂ ਉਹਨੇ ਐਟਮ ਵਿਖਦੇ ਪਏ? ਤੁਹਾਡੀ ਸਕਰੀਨ ਦੇ ਐਟਮ ਕਿਉਂ ਨਹੀਂ ਤੁਹਾਨੂੰ ਵਿਖਦੇ ਪਏ? ਬਿਕੋਜ਼ ਦੇ ਆਰ ਵੈਰੀ ਸਮੋਲ ਇਨ ਸਾਈਜ਼। ਤੇ ਆਪਾਂ ਸਾਈਜ਼ਸ ਕੀਤੇ ਸੀਗੇ ਉੱਪਰ, ਜੇ ਤੁਹਾਨੂੰ ਯਾਦ ਨੇ ਤਾਂ ਇੱਥੇ ये देखो छोटे छोटे साइजेस करे थे हमने। ठीक है, चलो ਵਟ ਇਜ਼ ਮੋਲੀਕੂਲ। ਇਹ ਕਰਨ ਤੋਂ ਪਹਿਲਾਂ ਅੱਜ ਦੀ ਜਿਹੜੀ ਕਲਾਸ ਹੈ ਇਹਦੇ ਵਿੱਚ ਮੈਂ ਇਹ ਚਾਹਾਂਗਾ ਕਿ ਤੁਸੀਂ ਚੰਗੀ ਤਰ੍ਹਾਂ ਐਟੋਮਿਕ ਮਾਸ ਯੂਨਿਟ ਕਰ ਲਓ। ਠੀਕ ਹੈ, ਹੈਗਾ ਕੁਝ ਵੀ ਨਹੀਂ, ਇੱਕ ਲਾਈਨ ਹੀ ਹੈ। ਪੇਪਰ ਪੁਆਇੰਟ ਆਫ ਵਿਊ ਨਾਲ ਵੇਖੋਗੇ ਤਾਂ ਇੱਕ ਲਾਈਨ ਹੀ ਹੈ, ਪਰ ਜੇ ਸਮਝੋਗੇ, ਸਾਇੰਸ ਸਮਝੋਗੇ, ਤਾਂ ਫਿਰ ਬੜੀ ਵਧੀਆ ਚੀਜ਼ ਹੈ ਨਾ। ਵਟ ਇਜ਼ ਮੋਲੀਕੂਲ, ਇਹ ਸ਼ੁਰੂ ਕਰਨ ਤੋਂ ਪਹਿਲਾਂ ਮੈਂ ਬਾਕੀ ਗੱਲਾਂ ਵੀ ਕਰਾਉਣੀਆਂ ਚਾਹਾਂਗਾ। ਹਟ ਜਾ, ਹਟ ਗਿਆ।
ਆਪਣੇ ਕੋਲ ਹੁੰਦੇ ਨੇ ਇੱਕ ਪਿਓਰ ਸਬਸਟੈਂਸਿਸ। ਪਿਓਰ ਸਬਸਟੈਂਸਿਸ ਨੂੰ ਆਪਾਂ ਡਿਵਾਈਡ ਕਰਦੇ ਆ ਦੋ ਚੀਜ਼ਾਂ 'ਚ, ਐਲੀਮੈਂਟਸ ਤੇ ਕੰਪਾਊਂਡਸ। ਐਲੀਮੈਂਟ ਐਟਮਸ ਦਾ ਵੀ ਬਣਿਆ ਹੁੰਦਾ ਹੈ ਤੇ ਮੋਲੀਕੂਲਸ ਦਾ ਵੀ ਬਣਿਆ ਹੁੰਦਾ। ਐਲੀਮੈਂਟਸ ਅਗਰ ਇੱਕੋ ਤਰ੍ਹਾਂ ਦੇ ਐਟਮਸ ਨਾਲ ਬਣਿਆ ਹੈ, ਐਲੀਮੈਂਟ ਅਗਰ ਇੱਕੋ ਤਰ੍ਹਾਂ ਦੇ ਐਟਮਸ ਨਾਲ ਬਣਿਆ ਹੈ ਤਾਂ ਉਹਨੂੰ ਕਹਿੰਦੇ ਨੇ ਐਟਮ ਆਫ ਐਨ ਐਲੀਮੈਂਟ। ਠੀਕ ਹੈ, ਅਗਰ ਐਲੀਮੈਂਟ ਬਣਿਆ ਹੈ ਮੋਲੀਕੂਲਸ ਤੋਂ, ਜਿਵੇਂ ਆਕਸੀਜਨ ਗੈਸ ਇੱਕ ਸਿਲੰਡਰ ਦੇ ਵਿੱਚ ਭਰੀ ਹੋਈ ਹੈ, ਠੀਕ ਹੈ, ਆਕਸੀਜਨ ਐਗਜ਼ਿਸਟ ਕਰਦੀ ਹੈ O2 ਦੀ ਫਾਰਮ 'ਚ। ਕਿੰਦੀ ਫਾਰਮ 'ਚ? O2। ਜਦੋਂ ਦੋ ਐਟਮ ਸੇਮ ਹੋਣ, ਦੋ ਜਾਂ ਦੋ ਤੋਂ ਜ਼ਿਆਦਾ ਐਟਮ ਸੇਮ ਹੋਣ ਤੇ ਇਕੱਠੇ ਐਗਜ਼ਿਸਟ ਕਰਦੇ ਹੋਣ ਤਾਂ ਉਹ ਬਣਾ ਦਿੰਦੇ ਨੇ ਮੋਲੀਕਿਊਲ। ਜੇ ਅਲੱਗ-ਅਲੱਗ ਐਗਜ਼ਿਸਟ ਕਰਦੇ ਹੋਣ ਤਾਂ ਉਹ ਬਣਾਉਂਦੇ ਨੇ ਐਟਮਸ, ਹਨਾ। ਮੋਲੀਕੂਲਰ ਕੰਪਾਊਂਡਸ ਕਿਹੜੇ ਹੁੰਦੇ ਨੇ? ਜੇ H2O ਹੈ, ਇਹਦੇ 'ਚ ਕੀ ਸੀਗਾ? O2 ਸੀ। ਮੈਂ ਦੱਸਦਾ ਸਾਰੀ ਗੱਲ। हमारे पेज किधर गए? देखा एलिमेंट्स एटम्स तो बनया है ते मोलीक्यूल्स ऑफ एलिमेंट्स तो बनया। ये एटम्स जदों इक्को तरह के एटम्स ਜਿਹੜੇ ਕਿ ਕੱਲੇ ਰਹਿ ਸਕਦੇ ਨੇ ਉਹਨਾਂ ਤੋਂ ਬਣਿਆ ਹੋਏ ਤਾਂ ਆਪਾਂ ਕਹਾਂਗੇ ਐਟਮ ਐਟਮਸ ਤੋਂ ਬਣਿਆ। ਜਿਵੇਂ ਆਪਾਂ ਉਹਨੇ ਕਰਦੇ ਪਏ ਸੀ, ਇਹ ਕੱਲਾ ਰਹਿ ਸਕਦਾ। ਮੋਲੀਕੂਲਸ ਆਫ ਐਲੀਮੈਂਟ ਦੀ ਗੱਲ ਕਰਾਂ ਤਾਂ ਜਦੋਂ ਮੋਲੀਕੂਲਸ ਮਿਲ ਕੇ ਇੱਕ ਐਲੀਮੈਂਟ ਬਣਾਉਂਦੇ ਨੇ, ਜਿਵੇਂ ਦੋ ਆਕਸੀਜਨ ਦੇ ਮੋਲੀਕੂਲ ਨੇ, ਆ ਦੋ ਆਕਸੀਜਨ ਦੇ ਮੋਲੀਕੂਲ ਨੇ, ਜਦੋਂ ਇਹ ਸਾਰੇ ਜਣੇ ਮਿਲ ਜਾਣਗੇ ਤਾਂ ਇਹ ਆਕਸੀਜਨ ਗੈਸ ਬਣਾ ਦੇਣਗੇ, ਆਕਸੀਜਨ ਗੈਸ। ਤਾਂ ਇਹਨੂੰ ਆਪਾਂ ਕਹਾਂਗੇ ਮੋਲੀਕੂਲ ਆਫ ਐਲੀਮੈਂਟਸ। ਠੀਕ ਹੈ, ਇਹ ਕਾਹਦਾ ਬਣਿਆ? ਇਹ ਐਲੀਮੈਂਟ ਕਾਹਦਾ ਬਣਿਆ ਹੈ? ਮੋਲੀਕੂਲਸ ਦਾ। ਠੀਕ ਹੈ, ਸਿਮਿਲਰ ਵੇ ਨਾਲ ਜੇ ਆਪਾਂ ਗੱਲ ਕਰੀਏ ਪਿਕਚਰ ਦੇ ਵਿੱਚ ਤਾਂ ਕੰਪਾਊਂਡਸ, ਮੋਲੀਕੂਲਰ ਕੰਪਾਊਂਡਸ ਹੁੰਦੇ ਨੇ ਤੇ ਆਇਨਿਕ ਕੰਪਾਊਂਡਸ ਹੁੰਦੇ ਨੇ। ਮੋਲੀਕੂਲਰ ਕੰਪਾਊਂਡਸ ਕਿਹੜੇ ਹੁੰਦੇ ਨੇ? ਦੇਖਿਆ, ਮੋਲੀਕੂਲਰ ਕੰਪਾਊਂਡਸ ਕੰਪਾਊਂਡਸ ਇਹ ਮੈਂ ਕੱਲ ਕਰਾਵਾਂਗਾ ਐਨਸੀਈਆਰਟੀ ਚੋਂ, ਪਰ ਗੱਲਾਂ ਸਮਝ ਲਓ। ਮੋਲੀਕੂਲਰ ਕੰਪਾਊਂਡਸ ਜਿਹੜੇ ਅਲੱਗ-ਅਲੱਗ ਐਟਮਸ ਮਿਲ ਕੇ ਇੱਕ ਮੋਲੀਕੂਲ ਬਣਾਉਣ। ਜਿਵੇਂ ਆਕਸੀਜਨ ਨੂੰ ਮੈਂ ਬਲੂ ਕਲਰ ਦਾ ਲੈਂਦਾ ਪਿਆ ਤੇ ਗ੍ਰੀਨ ਕਲਰ ਦਾ ਲੈਣਾ ਪਿਆ ਮੈਂ H ਨੂੰ। ਕਿਹੜਾ ਬਲੂ ਸੀਗਾ ਆਗਾ? ਠੀਕ ਹੈ, ਆ ਵਾਟਰ ਦਾ H2O ਦੇ ਮੋਲੀਕੂਲਸ ਜਦੋਂ ਮਿਲ ਕੇ ਵਾਟਰ ਬਣਾਉਣਗੇ ਤਾਂ ਮੈਂ ਇਹਨੂੰ ਕਹਾਂਗਾ ਇਹ ਕੰਪਾਊਂਡ ਹੈ। ਕਿਹੜਾ? ਮੋਲੀਕੂਲਰ ਕੰਪਾਊਂਡ ਹੈ। ਇਹਦੇ ਵਿੱਚ ਮੋਲੀਕੂਲਸ ਕਿਹੜੇ ਨੇ? ਕਿੰਦੇ ਤੋਂ ਬਣੇ ਨੇ? ਅਲੱਗ-ਅਲੱਗ ਐਟਮਸ ਤੋਂ। ਤੇ ਇਹਦੇ ਚ ਮੋਲੀਕੂਲਸ ਕਿੰਦੇ ਤੋਂ ਬਣੇ ਨੇ? ਸੇਮ ਐਟਮਸ ਤੋਂ। ਜਦੋਂ ਸੇਮ ਐਟਮਸ ਤੋਂ ਬਣਨਗੇ ਤਾਂ ਮੋਲੀਕੂਲ ਆਫ ਐਲੀਮੈਂਟਸ ਕਹਾਂਗੇ। ਜਦੋਂ ਅਲੱਗ-ਅਲੱਗ ਤੋਂ ਬਣਨਗੇ ਤਾਂ ਮੋਲੀਕੂਲਸ ਆਫ ਕੰਪਾਊਂਡਸ ਕਹਾਂਗੇ। ਚੌਥੀ ਗੱਲ ਤੇ ਅਖੀਰਲੀ ਗੱਲ, ਆਇਨਸ। ਆਇਨਸ ਉਹਨਾਂ ਤੋਂ ਬਣਦੇ ਨੇ, ਉਹਨਾਂ ਮੈਟਲਸ ਤੇ ਨੋਨ ਮੈਟਲਸ ਨੂੰ ਕੰਬਾਈਨ ਕਰਕੇ ਬਣਦੇ ਨੇ ਜਿਨ੍ਹਾਂ ਉੱਪਰ ਚਾਰਜ ਹੁੰਦਾ ਹੈ। ਠੀਕ ਹੈ, ਜਿਨ੍ਹਾਂ ਉੱਪਰ ਕੀ ਹੁੰਦਾ ਹੈ? ਚਾਰਜ। ਇਹਦੇ ਬਾਰੇ ਆਪਾਂ ਸਟੱਡੀ ਜਿਹੜੀ ਹੈ ਇਹਨਾਂ ਨੂੰ ਪੜ੍ਹਨ ਤੋਂ ਬਾਅਦ, ਐਨਸੀਈਆਰਟੀ ਤੋਂ ਪੜ੍ਹਨ ਤੋਂ ਬਾਅਦ ਆਪਾਂ ਕਰਾਂਗੇ। ਕੁਝ ਬੱਚਿਆਂ ਨੂੰ ਐਲੀਮੈਂਟਸ ਤੇ ਐਟਮਸ 'ਚ ਫਰਕ ਨਹੀਂ ਪਤਾ। ਐਲੀਮੈਂਟ ਹੁੰਦੀ ਹੈ ਪੂਰੀ ਚੀਜ਼, ਐਟਮ ਹੁੰਦੇ ਨੇ ਉਸ ਪੂਰੀ ਦੀ ਪੂਰੀ ਚੀਜ਼ ਦੀ ਛੋਟੀ ਜੀ, ਜਿਹੜੀ ਸਭ ਤੋਂ ਛੋਟੀ ਚੀਜ਼। ਠੀਕ ਹੈ, ਮੰਨ ਲਓ ਆ ਆਰਗਨ ਦੀ ਇੱਕ ਸ਼ੀਟ ਹੈ, ਸਿਲੀਕਨ ਦੀ ਸ਼ੀਟ ਲੈ ਲਓ, ਆਰਗਨ ਦੀ ਸ਼ੀਟ ਲੈ ਲਓ, ਸਿਲੀਕਨ ਦੀ ਸ਼ੀਟ ਹੈ, ਸੌਰੀ। ਇਹਦੇ ਜਿਹੜੇ ਐਟਮਸ ਨੇ ਉਹ ਸਿਲੀਕਨ ਦੇ ਨੇ ਤੇ ਇਹ ਪੂਰਾ ਦਾ ਪੂਰਾ ਐਲੀਮੈਂਟ ਹੈ ਇੱਕ। ਚਲੋ, ਇਹਨਾਂ ਚੈਪਟਰ ਸਾਰਾ ਬੁੱਕ 'ਚ ਤੁਸੀਂ ਪੜ੍ਹ ਲੈਣਾ। ਕੱਲ ਆਪਾਂ ਕਰਾਂਗੇ ਸ਼ੁਰੂ ਮੋਲੀਕਿਊਲਸ। ਠੀਕ ਹੈ, ਕਲਾਸ ਅੱਛੀ ਲੱਗੇ ਤਾਂ ਕਮੈਂਟ ਕਰ ਦਿਆ ਜੇ ਤੇ ਆਪਣੇ WhatsApp ਸਟੇਟਸ ਤੇ ਲਗਾ ਦਿਆ ਜੇ। ਥੈਂਕ ਯੂ ਸੋ ਮਚ, ਕੀਪ ਸਮਾਈਲਿੰਗ, ਗੁੱਡ ਬਾਏ, ਟਾਟਾ।
ਜਿਉਂਦੇ ਵਸਦੇ ਰਹੋ।